ਸੋ ਗਾਇਜ਼ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੰਪਲੈਕਸ ਸੈਂਟੈਂਸ ਫਾਰਮੇਸ਼ਨ ਆਫ ਸੈਂਟੈਂਸਿਸ ਇਨ ਟਾਸਕ 1 ਇਨ ਆਇਲਸ ਰਾਈਟਿੰਗ। ਮੈਂ ਅੱਜ ਤੁਹਾਨੂੰ ਦੱਸੂਗਾ ਵੀ ਇੱਕ ਨੋਰਮਲ ਇੰਟਰੋ ਤੋਂ ਇੱਕ ਕੰਪਲੈਕਸ ਇੰਟਰੋ ਤੁਸੀਂ ਕਿਸ ਤਰੀਕੇ ਨਾਲ ਬਣਾ ਸਕਦੇ ਹੋ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਵੀ ਮੰਨ ਲਓ ਜੇ ਲਾਈਨ ਗ੍ਰਾਫ ਹੁੰਦਾ, ਕਿਉਂਕਿ ਬੱਚਿਆਂ ਕੋਲ ਕੀ ਹੁੰਦਾ ਵੇਰੀਏਸ਼ਨਸ ਨਹੀਂ ਹੁੰਦੀਆਂ। ਮੰਨ ਲਓ ਆਪਾਂ ਇੱਕ ਚੀਜ਼ ਦਾ ਇਨਕਰੀਜ਼ ਤੇ ਡਿਕਰੀਜ਼ ਲਿਖਣਾ, ਵੀ ਆਪਾਂ ਉਸ ਇਨਕਰੀਜ਼ ਤੇ ਡਿਸਕਰੀਜ਼ ਨੂੰ ਕਿੰਨੇ ਤਰੀਕੇ ਦੇ ਨਾਲ ਲਿਖ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸੂਗਾ ਇੱਕ ਐਗਜ਼ਾਮਪਲ ਲੈ ਕੇ, ਵੀ ਇੱਕ ਐਗਜ਼ਾਮਪਲ ਨੂੰ ਆਪਾਂ 4 to 5 ਫਾਰਮ ਦੇ ਵਿੱਚ ਕਿਸ ਤਰੀਕੇ ਨਾਲ ਉਹਦਾ ਇਨਕਰੀਜ਼ ਸ਼ੋ ਕਰ ਸਕਦੇ ਹਾਂ। ਤੇ ਐਸੇ ਹੀ ਤਰੀਕੇ ਨਾਲ ਤੁਹਾਨੂੰ ਇਹ ਪਤਾ ਲੱਗੂਗਾ ਵੀ ਕਿਵੇਂ ਆਪਾਂ ਵੈਰੀਏਸ਼ਨਸ ਕਰਕੇ ਸੈਂਟੈਂਸਿਸ ਦੇ ਵਿੱਚ ਆਪਣਾ ਬੈਂਡ ਸਕੋਰ ਹਾਈ ਕਰ ਸਕਦੇ ਹਾਂ। ਚਲੋ ਮਿਲਦੇ ਹਾਂ ਵੀਡੀਓ ਦੇ ਵਿੱਚ। ਸੋ ਹਾਂਜੀ ਸਟੂਡੈਂਟਸ, ਮੈਂ ਥੋੜ੍ਹਾ ਜਿਹਾ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਵੀ ਇੰਪੋਰਟੈਂਸ ਕੀ ਆ ਟਾਸਕ 1 ਦੀ, ਕਿਉਂਕਿ ਤੁਹਾਨੂੰ ਪਤਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਟਾਸਕ 1 ਦੀ। ਠੀਕ ਆ, ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ ਵੀ ਟਾਸਕ 1 ਕਿਉਂ ਇੰਪੋਰਟੈਂਟ ਆ। ਦੇਖੋ ਜ਼ਿਆਦਾਤਰ ਸਟੂਡੈਂਟਸ ਕੀ ਕਰਦੇ ਆ, ਟਾਸਕ 1 ਨੂੰ ਇਗਨੋਰ ਕਰ ਦਿੰਦੇ ਆ, ਉਹ ਜ਼ਿਆਦਾ ਧਿਆਨ ਨਹੀਂ ਦਿੰਦੇ ਇਹਦੇ 'ਤੇ। ਪਰ ਜੇ ਮੈਂ ਤੁਹਾਨੂੰ ਸਹੀ ਓਰੀਜਨਲ ਗੱਲ ਦੱਸਣਾ, ਟਾਸਕ 1 ਦਾ ਆਪਣੀ ਰਾਈਟਿੰਗ ਦੇ ਬੈਂਡ ਇਨਕਰੀਜ਼ ਕਰਨ ਵਿੱਚ ਬਹੁਤ ਹੀ ਵੱਡਾ ਰੋਲ ਹੁੰਦਾ। ਦੇਖੋ ਮੈਂ ਤੁਹਾਨੂੰ ਸਮਝਾਉਣਾ ਵੀ ਕਿਉਂ ਤੇ ਕਿਸ ਤਰ੍ਹਾਂ ਇੱਕ ਟਾਸਕ 1 ਆਪਾਂ ਨੂੰ ਵਧੀਆ ਬੈਂਡ 7+ ਤੱਕ ਲੈ ਕੇ ਜਾ ਸਕਦਾ ਓਵਰਆਲ ਰਾਈਟਿੰਗ ਦੇ ਵਿੱਚ। ਦੇਖੋ ਆਪਾਂ ਨੂੰ ਪਤਾ ਵੀ ਜਿਹੜਾ ਟਾਸਕ 1 ਹੁੰਦਾ ਉਹ ਲਗਭਗ ਕੀ ਉਹ ਹੁੰਦਾ 3 ਬੈਂਡਸ ਦਾ, ਹਨਾ 3 ਬੈਂਡਸ ਦਾ ਹੁੰਦਾ। ਜੇ ਇੱਕ ਵਧੀਆ ਤਰੀਕੇ ਨਾਲ ਟਾਸਕ 1 ਲਿਖਿਆ ਹੋਵੇ ਨਾ ਤਾਂ 3 ਦੇ ਵਿੱਚੋਂ 2 ਲੈਣੇ ਕੋਈ ਔਖੇ ਨਹੀਂ ਗੇ। ਵਧੀਆ ਤਰੀਕੇ ਨਾਲ ਉਹਦੇ ਸੈਂਟੈਂਸ ਫਾਰਮੇਸ਼ਨ ਹੋਵੇ, ਜਿਹੜੇ ਨਾਲ ਤਰੀਕੇ ਨਾਲ ਆਪਾਂ ਅੱਜ ਕਰਾਵਾਂਗੇ। ਦੇਖੀ ਚੱਲਿਓ ਕਿੰਨੇ ਵਧੀਆ ਤਰੀਕੇ ਨਾਲ, ਤਾਂ ਸਿੰਪਲ ਤਰੀਕੇ ਨਾਲ, ਕੰਪਲੈਕਸ ਵੀ ਹੋਊਗਾ ਤੇ ਸਿੰਪਲ ਵੀ ਹੋਊਗਾ, ਤੇ ਜਿਹੜਾ ਕਿ ਉਹਦੇ ਤੋਂ 2.5 ਬੈਂਡ ਵੀ ਆ ਸਕਦੇ ਜੇ ਤੁਸੀਂ ਉਸ ਤਰੀਕੇ ਨਾਲ ਲਿਖ ਕੇ ਆਓਗੇ। ਹੁਣ ਦੇਖੋ ਜੇ ਤੁਹਾਡੇ ਟਾਸਕ 1 ਦੇ ਵਿੱਚ 2.5 ਬੈਂਡ ਆ ਗਏ, ਤੇ ਜੇ ਤੁਹਾਨੂੰ ਰਾਈਟਿੰਗ ਦੇ ਵਿੱਚ ਚਾਹੀਦੇ ਆ 6 ਬੈਂਡ ਜਾਂ ਫਿਰ ਲਾ ਲਓ 6.5 ਵੀ ਚਾਹੀਦੇ ਆ, ਤੇ ਆਪਣੇ ਕੋਲ ਪਿੱਛੇ ਬਚ ਗਏ 4। ਜੇ 6 ਵਾਲਾ ਵਾ ਤੇ ਉਹਨੂੰ 3.5 ਬੈਂਡ। ਤੁਹਾਨੂੰ ਹੁਣ ਜਿਹੜਾ ਦੂਸਰਾ ਟਾਸਕ 2 ਬਚ ਜੂਗਾ ਨਾ, ਉਹਦੇ 6 ਬੈਂਡ ਦੇ ਵਿੱਚੋਂ ਤੁਹਾਨੂੰ 4 ਜਾਂ ਫਿਰ 3.5 ਬੈਂਡ ਹੀ ਚਾਹੀਦੇ ਆ, ਤੇ ਜਿਹੜੇ ਕਿ ਲੈਣੇ ਬਹੁਤ ਹੀ ਆਸਾਨ ਆ। ਸੋ ਹਮੇਸ਼ਾ ਟਾਸਕ 1 ਤੇ ਵੀ ਫੋਕਸ ਦਿਆ ਕਰੋ। ਇੱਕ ਅੱਛੇ ਤਰੀਕੇ ਨਾਲ ਲਿਖਿਆ ਹੋਇਆ ਟਾਸਕ 1 ਤੁਹਾਡੀ ਰਿਕੁਆਇਰਮੈਂਟ ਪੂਰੀ ਕਰਨ ਵਾਸਤੇ ਬਹੁਤ ਹੀ ਵਧੀਆ ਰੋਲ ਨਿਭਾਉਂਦਾ। ਰਿਕੁਆਇਰਮੈਂਟ ਅੱਡ ਚੀਜ਼ ਆ, ਜੇ ਉਸ ਤੋਂ ਬਾਅਦ ਤੁਸੀਂ 7+ ਜਾਂ 8 ਤੱਕ ਵੀ ਜਾਣਾ ਤਾਂ ਟਾਸਕ 1 ਨੂੰ ਅੱਛੇ ਤਰੀਕੇ ਨਾਲ ਕਰਨਾ ਹੀ ਪਊਗਾ। ਤੋ ਆਪਾਂ ਆਉਂਦੇ ਹਾਂ ਆਪਣੀ ਜਿਹੜੀ ਪੁਆਇੰਟ 'ਤੇ। ਠੀਕ ਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਆਪਣੀ ਇੰਟਰੋ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਆ। ਓਕੇ, ਜ਼ਿਆਦਾਤਰ ਆਪਾਂ ਦੇਖੀਏ ਨੋਰਮਲੀ ਸਟੂਡੈਂਟਸ, ਮੰਨ ਲਓ ਕੋਈ ਵੀ ਲਾਈਨ ਗ੍ਰਾਫ ਆ ਗਿਆ, ਉਹਦੀ ਇੰਟਰੋ ਲਗਭਗ 90% ਬੱਚੇ ਆਹੀ ਲਿਖ ਕੇ ਆਉਣਗੇ। ਥੋੜ੍ਹਾ ਮੋਟਾ ਇਹਦੇ 'ਚ ਫਰਕ ਹੋਊਗਾ, ਮੰਨ ਲਓ ਲਾਈਨ ਗ੍ਰਾਫ ਦੇ ਵਿੱਚ ਆ ਗਿਆ, ਠੀਕ ਆ, ਉਹ ਲਿਖਣਗੇ ਤਾਂ ਲਾਈਨ ਗ੍ਰਾਫ ਇਲਸਟ੍ਰੇਟ ਡੈਪਿਕਟਸ ਜਾਂ ਪ੍ਰੋਵਾਈਡਸ, ਜੋ ਵੀ ਇੱਥੇ ਸਿਨੋਨਿਮਸ ਯੂਜ਼ ਕਰਦੇ ਆ ਉਹਦੀ ਆਪਾਂ ਅੱਡ ਵੀਡੀਓ ਬਣਾਵਾਂਗੇ ਜੇ ਤੁਸੀਂ ਕਹਿੰਦੇ ਹੋ ਤਾਂ। ਠੀਕ ਆ, the information of percentage of population in several region around Britain। ਮੰਨ ਲਓ ਲਾਈਨ ਗ੍ਰਾਫ ਦਿੱਤਾ, ਉਹਦੀ ਇੰਟਰੋ ਐਵੇਂ ਹੀ ਲਿਖ ਕੇ ਆਉਂਦੇ ਆ ਲਗਭਗ 90% ਸਟੂਡੈਂਟ, ਵੀ ਦਾ ਲਾਈਨ ਗ੍ਰਾਫ ਇਲਸਟ੍ਰੇਟਸ ਦਾ ਇਨਫੋਰਮੇਸ਼ਨ ਆਫ ਪਰਸੈਂਟੇਜ ਆਫ ਪਾਪੂਲੇਸ਼ਨ ਇਨ ਸੈਵਰਲ ਰੀਜਨ ਅਰਾਊਂਡ ਬ੍ਰਿਟੇਨ। ਇਹ ਆ ਇੱਕ ਨੋਰਮਲ ਇੰਟਰੋ। ਨੋਰਮਲ ਇੰਟਰੋ ਕਹਿ ਦਈਏ ਜੇ 3 ਬੈਂਡ ਦਾ ਹੁੰਦਾ, ਤੇ ਇਹ ਹੈਗੀ ਆ 1.5 ਬੈਂਡ ਦੀ ਇੰਟਰੋ। ਮਤਲਬ ਓਵਰਆਲ ਗੱਲ ਕਰਦਾ ਪਿਆ, ਉਵੇਂ ਨਹੀਂ ਗੱਲ ਕਰਦਾ ਪਿਆ ਵੀ ਜੇ 3 ਦੇ ਵਿੱਚੋਂ ਮੈਂ ਤੁਹਾਨੂੰ ਪੁਆਇੰਟਸ ਦੇਣ ਰਿਹਾ ਵੀ 3 ਪੁਆਇੰਟ ਆ ਜੇ ਟੋਟਲ, ਉਹਦੇ ਵਿੱਚੋਂ ਇਹ 1.5 ਪੁਆਇੰਟਸ ਦੀ ਇੰਟਰੋ ਆ। ਪਰ ਜਿਹੜੀ ਇੱਕ ਵਧੀਆ ਇੰਟਰੋ ਆ ਉਹ ਕਿਵੇਂ ਲਿਖਣੀ ਆ, ਉਹ ਮੈਂ ਤੁਹਾਨੂੰ ਅੱਜ ਦੱਸਦਾ। ਦੇਖੋ ਕੀ ਹੁੰਦਾ, ਇੱਕ ਕੰਪਲੈਕਸ ਸੈਂਟੈਂਸ ਬਣਾਉਣ ਵਾਸਤੇ ਆਪਾਂ ਨੂੰ ਪੈਸਿਵ ਫਾਰਮ 'ਚ ਆਉਣਾ ਬਹੁਤ ਜ਼ਰੂਰੀ ਆ। ਐਕਟਿਵ ਫਾਰਮ ਸਬਜੈਕਟ ਫਸਟ ਫਾਰਮ ਪਲੱਸ ਓਬਜੈਕਟ। ਹੁਣ ਮੈਂ ਤੁਹਾਨੂੰ ਦੇਖਿਆ ਜਾਵੇ ਇੱਥੋਂ ਲੈ ਕੇ ਆ ਸਬਜੈਕਟ ਆ ਲਾਈਨ ਗ੍ਰਾਫ, ਆ ਗਈ ਫਸਟ ਫਾਰਮ ਪ੍ਰੋਵਾਈਡਸ, ਤੇ ਆ ਪਿੱਛੇ ਸਾਰੀ ਜਿੰਨੀ ਵੀ ਇਨਫੋਰਮੇਸ਼ਨ ਤੋਂ ਲੈ ਕੇ ਇਹ ਹੈਗਾ ਇਹਦਾ ਓਬਜੈਕਟ। ਗੱਲ ਦੀ ਸਮਝ ਲੱਗੀ? ਤਾਂ ਲਾਈਨ ਗ੍ਰਾਫ ਸਬਜੈਕਟ ਆ, ਪ੍ਰੋਵਾਈਡ ਆਪਾਂ ਨੂੰ ਪਤਾ ਇਹ ਇੱਕ ਵਰਬ ਦੀ ਫਾਰਮ ਆ, ਤੇ ਦਾ ਤੋਂ ਲੈ ਕੇ ਅੱਗੇ ਬ੍ਰਿਟੇਨ ਤੱਕ ਇਹਦਾ ਓਬਜੈਕਟ ਆ। ਹੁਣ ਇਹਨੂੰ ਆਪਾਂ ਜੇ ਆਪਾਂ ਪੈਸਿਵ 'ਚ ਫਾਰਮ 'ਚ ਚੇਂਜ ਕਰ ਦਈਏ, ਦੇਖਿਓ ਕਿੰਨਾ ਵੱਡਾ ਡਿਫਰੈਂਸ ਆਉਂਦਾ ਇੰਟਰੋ ਦੇ ਵਿੱਚ। ਤੇ ਉਹਨੂੰ ਪੈਸਿਵ 'ਚ ਚੇਂਜ ਕੀ ਕਰਨਾ, ਓਬਜੈਕਟ ਆ ਜਿਹੜਾ ਅੱਗੇ ਆ ਜਾਊਗਾ, ਮਤਲਬ ਦਾ ਇਨਫੋਰਮੇਸ਼ਨ ਜਿਹੜੀ ਆ ਉਹ ਉਸ ਤੋਂ ਆਪਣਾ ਇੰਟਰੋ ਸਟਾਰਟ ਹੋਊਗੀ। ਉਸ ਤੋਂ ਬਾਅਦ ਇਜ਼ ਐਮ ਆਰ ਲੱਗੂਗਾ, ਉਹ ਲੱਗੂਗਾ ਆਪਣੇ ਓਬਜੈਕਟ ਦੇ ਅਕੋਰਡਿੰਗ।
ਫੋਰਮ ਜਿਹੜੀ ਪ੍ਰੋਵਾਈਡ ਸੀ ਉਹ ਥਰਡ ਫੋਰਮ ਹੋ ਜੂਗੀ। ਡਿਪਿਕਟਡ ਜਾਂ ਇਲਸਟ੍ਰੇਟਡ ਬਾਏ ਲੱਗ ਜੂਗਾ ਤੇ ਉਹਦੇ ਬਾਏ ਦੇ ਨਾਲ ਕੀ ਲੱਗੂਗਾ ਆਪਣਾ ਸਬਜੈਕਟ ਸੀ ਦ ਲਾਈਨ ਗ੍ਰਾਫ। ਹੁਣ ਮੈਂ ਤੁਹਾਨੂੰ ਚੇਂਜ ਕਰਕੇ ਦਿਖਾਉਣਾ, ਠੀਕ ਆ। ਆਪਣਾ ਓਬਜੈਕਟ ਅੱਗੇ ਆ ਜੂਗਾ। ਓਬਜੈਕਟ ਕੀ ਸੀ? ਦ ਇਨਫੋਰਮੇਸ਼ਨ ਤੋਂ ਲੈ ਕੇ ਦ ਇਨਫੋਰਮੇਸ਼ਨ ਅਬਾਊਟ ਪੋਪੂਲੇਸ਼ਨ ਇਨ ਸੈਵਰਲ ਰੀਜਨ ਅਰਾਊਂਡ ਦ ਬ੍ਰਿਟੇਨ, ਠੀਕ ਆ। ਇਹ ਇੱਕ ਇੱਕੋ ਮਤਲਬ ਸਿੰਗੂਲਰ ਸੀਗਾ, ਇਨਫੋਰਮੇਸ਼ਨ ਸਿੰਗੂਲਰ ਆ ਤਾਂ ਕਰਕੇ ਇਜ਼ ਲੱਗ ਗਿਆ। ਉਸ ਤੋਂ ਬਾਅਦ ਕੀ ਲੱਗਣਾ ਜੀ? ਥਰਡ ਫੋਰਮ ਇਜ਼ ਡਿਪਿਕਟਡ ਜਾਂ ਇਲਸਟ੍ਰੇਟਡ, ਜੋ ਵੀ ਤੁਸੀਂ ਲਾਉਣੀ ਆ ਬਾਏ ਜੋ ਵੀ ਸੀ ਆਪਣਾ ਸੀ ਲਾਈਨ ਗ੍ਰਾਫ, ਠੀਕ ਆ। ਇੰਨੀ ਗੱਲ ਦੀ ਸਮਝ ਲੱਗੀ? ਆਪਣਾ ਓਬਜੈਕਟ ਅੱਗੇ ਆ ਗਿਆ, ਇਜ਼ ਲੱਗ ਗਿਆ, ਉਹਦੀ ਸੈਕਿੰਡ ਫੋਰਮ ਲੱਗ ਗਈ ਤੇ ਨਾਲ ਆ ਗਿਆ ਉਹਦਾ ਜਿਹੜਾ ਸਬਜੈਕਟ ਸੀ ਬਾਰ ਗ੍ਰਾਫ। ਓਕੇ, ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੰਨ ਲਓ ਜੇ ਡਾਟਾ ਆਪਣਾ ਗ੍ਰਾਫ ਦੇ ਵਿੱਚ ਪਰਸੈਂਟੇਜ ਦਿੱਤਾ ਤਾਂ ਆਪਾਂ ਲਿਖ ਦਾਂਗੇ ਆ ਲਾਈਨ ਐਡ ਕਰਾਂਗੇ ਡਾਟਾ ਇਜ਼ ਕੈਲੀਬ੍ਰੇਟਡ ਇਨ ਪਰਸੈਂਟੇਜ। ਜੇ ਮੰਨ ਲਓ ਨੰਬਰਸ ਵਗੈਰਾ ਦਿੱਤਾ ਤੁਸੀਂ ਪਰਸੈਂਟੇਜਾਂ ਤੇ ਨੰਬਰ ਲਿਖ ਸਕਦੇ ਹੋ। ਓਕੇ, ਸੋ ਕੰਪਲੀਟ ਆਪਣੀ ਕੰਪਲੈਕਸ ਇੰਟਰੋ ਬਣ ਗਈ। ਦ ਇਨਫੋਰਮੇਸ਼ਨ ਅਬਾਊਟ ਪੋਪੂਲੇਸ਼ਨ ਇਨ ਸੈਵਰਲ ਰੀਜਨ ਅਰਾਊਂਡ ਦ ਬ੍ਰਿਟੇਨ ਇਜ਼ ਡਿਪਿਕਟਡ ਬਾਏ ਲਾਈਨ ਗ੍ਰਾਫ ਐਂਡ ਦਾ ਡਾਟਾ ਇਜ਼ ਕੈਲੀਬ੍ਰੇਟਡ ਇਨ ਪਰਸੈਂਟੇਜ। ਓਕੇ, ਆਪਾਂ ਹੋਰ ਵੀ ਕੋਈ ਸੈਂਪਲ ਚੈੱਕ ਕਰ ਲੈਂਦੇ ਹਾਂ। ਮੰਨ ਲਓ ਮੈਂ ਇੱਕ ਕੱਢ ਕੇ ਰੱਖਿਆ, ਦੇਖੋ ਆਹ ਮੰਨ ਲਓ ਆਪਣੇ ਕੋਲ ਆ ਗਿਆ। ਦਾ ਚਾਰਟ ਬਿਲੋ ਸ਼ੋਜ਼ ਦਾ ਰਿਜ਼ਲਟ ਆਫ ਸਰਵੇ ਅਬਾਊਟ ਪੀਪਲਸ ਕੌਫੀ ਐਂਡ ਟੀ ਬਾਇੰਗ ਐਂਡ ਡਰਿੰਕਿੰਗ ਹੈਬਿਟਸ ਇਨ 5 ਆਸਟ੍ਰੇਲੀਅਨ ਸਿਟੀਜ਼। ਹੁਣ ਤੁਸੀਂ ਕੀ ਕਰਨਾ, ਪਹਿਲਾਂ ਇਹਦਾ ਦੇਖਣਾ ਵਾ ਵੀ ਇਹਦਾ ਆਪਣਾ ਓਬਜੈਕਟ ਕੀ ਆ। ਓਬਜੈਕਟ ਕੀ ਆ? ਇੱਥੋਂ ਸ਼ੁਰੂ ਹੋ ਜਾਂਦਾ ਓਬਜੈਕਟ ਦਾ ਰਿਜ਼ਲਟ, ਠੀਕ ਆ। ਤੁਸੀਂ ਇੱਥੋਂ ਸ਼ੁਰੂ ਕਰ ਸਕਦੇ ਹੋ। ਦਾ ਸਰਵੇ ਜਾਂ ਫਿਰ ਦਾ ਰਿਜ਼ਲਟ ਅਬਾਊਟ ਜਾਂ the information is about the survey about peoples who drink coffee and tea, ਠੀਕ ਆ, in Britain। ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਆਪਣਾ is MR is depicted by the given chart ਜਾਂ given chart below, ਠੀਕ ਆ। ਉਹਨਾਂ ਨੇ below ਲਿਖਦਾ, ਆਪਾਂ ਉਹ ਲਿਖ ਸਕਦੇ। ਹੁਣ ਇਹਦੇ 'ਚ ਵੀ ਜਿਹੜਾ ਡਾਟਾ ਉਹ ਪਰਸੈਂਟੇਜ 'ਚ ਆ, ਤੁਸੀਂ ਉਹਦੇ ਵਿੱਚ ਲਾਈਨ ਐਡ ਕਰ ਸਕਦੇ ਹੋ the data is calibrated in percentage। ਕਹਿਣ ਦਾ ਮਤਲਬ ਆ ਤੁਹਾਨੂੰ ਸਮਝ ਲੱਗਣਾ ਚਾਹੀਦਾ ਵਾ ਵੀ ਕਿਹੜੀ ਆਪਣੀ ਓਬਜੈਕਟ ਆ, ਉਸ ਓਬਜੈਕਟ ਨੂੰ ਅੱਗੇ ਲਿਆਉਣਾ। ਉਸ ਤੋਂ ਬਾਅਦ ਆਪਾਂ ਉਹਨੂੰ ਇਜ਼ MR, ਜ਼ਿਆਦਾਤਰ ਤਾਂ ਇਜ਼ ਹੀ ਆਊਗਾ ਕਿਉਂਕਿ ਇਨਫੋਰਮੇਸ਼ਨ ਹੀ ਹੁੰਦੀ ਆ, ਇੱਕ ਆ ਸਿੰਗੂਲਰ ਆ, ਉਹਦੀ ਥਰਡ ਫੋਰਮ ਲਾਉਣੀ ਆ। ਉਸ ਤੋਂ ਬਾਅਦ ਬਾਏ ਐਜ਼ ਇਟ ਇਜ਼ ਰਹੂਗਾ ਤੇ ਜਿਹੜਾ ਸਬਜੈਕਟ ਆ ਮਤਲਬ ਚਾਰਟ, ਵੀ ਗਿਵਨ ਚਾਰਟ ਕਿਹੜਾ, ਲਾਈਨ ਗ੍ਰਾਫ, ਬਾਰ ਗ੍ਰਾਫ, ਉਹਨੂੰ ਤੁਸੀਂ ਉਹਦੇ ਵਿੱਚ ਐਡ ਕਰਨਾ। ਇਸ ਤਰੀਕੇ ਨਾਲ ਤੁਸੀਂ ਇੱਕ ਕੰਪਲੈਕਸ ਇੰਟਰੋ ਦਿਖਾ ਕੇ ਐਗਜ਼ਾਮੀਨਰ ਨੂੰ ਇੰਪ੍ਰੈਸ ਕਰ ਸਕਦੇ ਹੋ ਵੀ ਸਾਡੇ ਕੋਲ ਸੈਂਟੈਂਸ ਫਾਰਮੇਸ਼ਨ ਹੈਗੀ ਆ, ਠੀਕ ਆ ਜੀ। ਸਾਡੇ ਕੋਲ ਸੈਂਟੈਂਸ ਫਾਰਮੇਸ਼ਨ ਦਾ ਮਤਲਬ ਆ ਸਾਡਾ LR ਲੈਕਸੀਕਲ ਰਿਸੋਰਸਿਸ ਬਹੁਤ ਹਾਈ ਆ ਤੇ ਉਹ ਇਹਦੇ ਚਾਂਸ ਵੱਧ ਜਾਂਦੇ ਆ ਵੀ ਤੁਹਾਨੂੰ ਉਹ ਨੈਕਸਟ ਜਿਹੜੇ ਆਪਣੇ ਬੋਡੀ ਪੈਰਾਗ੍ਰਾਫਸ ਆ ਉਹਦੇ 'ਚ ਵੀ ਤੁਹਾਨੂੰ ਵਧੀਆ ਬੈਂਡਸ ਦੇ ਸਕਦਾ ਉਹ ਓਵਰਆਲ, ਠੀਕ ਆ। ਹੁਣ ਆਪਾਂ ਗੱਲ ਕਰਦੇ ਹਾਂ, ਅੱਜ ਮੈਂ ਸਿਰਫ ਲਾਈਨ ਗ੍ਰਾਫ ਦੀ ਗੱਲ ਕਰਦਾ ਪਿਆ ਵੀ ਮੰਨ ਲਓ ਇੱਕ ਲਾਈਨ ਆ, ਕਿਉਂਕਿ ਜਿਹੜੇ ਲਾਈਨ ਗ੍ਰਾਫ ਹੁੰਦੇ ਨਾ ਉਹਦੇ ਵਿੱਚ ਆਪਾਂ ਨੂੰ ਇੰਨੀ ਜ਼ਿਆਦਾ ਵੇਰੀਏਸ਼ਨ ਕਰਨੀ ਪੈਂਦੀ ਆ ਕਿਉਂਕਿ ਇੱਕੋ ਹੀ ਚੀਜ਼ ਕੋਈ ਵੱਧਦੀ ਆ ਕੋਈ ਘਟਦੀ ਆ। ਹੁਣ ਕੋਈ ਚੀਜ਼ ਮੰਨ ਲਓ ਵੱਧ ਰਹੀ ਆ ਘਟ ਰਹੀ ਆ, ਉਹਨੂੰ ਆਪਾਂ ਕਿਸ ਤਰੀਕੇ ਨਾਲ ਕਿੰਨੇ ਤਰੀਕੇ ਨਾਲ ਲਿਖ ਸਕਦੇ ਆ। ਮੇਨ ਪ੍ਰੋਬਲਮ ਤਾਂ ਆਹੀ ਆਉਂਦੀ ਹੈ ਨਾ ਵੀ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ। ਬੱਚੇ ਕੀ ਕਰਦੇ ਆ ਵੀ ਦਾ ਪੋਪੂਲੇਸ਼ਨ ਇਜ਼ ਇਨਕਰੀਜ਼, ਦਾ ਪੋਪੂਲੇਸ਼ਨ ਇਜ਼ ਡਿਕਰੀਜ਼, ਇਸ ਤੋਂ ਬਾਅਦ ਹੋਰ ਕੀ ਲਿਖਣ ਉਸ ਚੀਜ਼ ਨੂੰ। ਉਹਦਾ ਮੈਂ ਅੱਜ ਸੋਲਿਊਸ਼ਨ ਲੈ ਕੇ ਆਇਆ ਵੀ ਕਿਸ ਤਰੀਕੇ ਨਾਲ ਤੁਸੀਂ ਇੱਕ ਲਾਈਨ ਨੂੰ 4 ਅਲੱਗ-ਅਲੱਗ ਤਰੀਕਿਆਂ ਨਾਲ ਕਿਵੇਂ ਲਿਖ ਸਕਦੇ ਹੋ। ਮੰਨ ਲਓ ਕੋਈ ਚੀਜ਼ ਇਨਕਰੀਜ਼ ਕਰਦੀ ਪਈ ਆ, ਉਹਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ ਵੀ ਆਹ ਚੀਜ਼ ਐਵੇਂ ਇਨਕਰੀਜ਼ ਕਰਦੀ ਆ। ਚਲੋ ਆਪਾਂ ਚੱਲਦੇ ਹਾਂ ਆਪਣੀ ਟਾਈਪਸ ਆਫ ਸੈਂਟੈਂਸ ਵੀ ਕੈਨ ਯੂਜ਼ ਇਨ ਬੋਡੀ ਪੈਰਾਗ੍ਰਾਫਸ, ਠੀਕ ਆ। ਹੁਣ ਮੈਂ ਇੱਥੇ ਐਗਜ਼ਾਮਪਲ ਲਿਆ ਵਾ, ਮੰਨ ਲਓ ਕਾਰ ਦੀ ਮੈਨੂਫੈਕਚਰਿੰਗ ਇਨਕਰੀਜ਼ ਹੋਈ ਆ, ਠੀਕ ਆ। ਇੱਕ ਸੈਂਟੈਂਸ ਆਪਾਂ ਲਿਖ ਸਕਦੇ ਹਾਂ ਉਹਦੇ 'ਚ, ਦ ਨੰਬਰ ਆਫ ਕਾਰ ਇਨਕਰੀਜ਼ਡ ਸਲਾਈਟਲੀ, ਥੋੜੀ ਜਿਹੀ ਇਨਕਰੀਜ਼ ਹੋਈ ਆ ਫਰੋਮ 2000 to 2005। ਇੱਕ ਤਾਂ ਆਪਾਂ ਲਿਖਤਾ ਐਵੇਂ। ਹੋਰ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, ਦੇਖੋ ਆ ਸਲਾਈਟਲੀ ਕੀ ਆ, ਇਹ ਇੱਕ ਐਡਵਰਬ ਆ ਇਨਕਰੀਜ਼ ਦੀ। ਵੀ ਇਨਕਰੀਜ਼ ਕੀ ਹੁੰਦਾ ਪਿਆ, ਸਲਾਈਟਲੀ ਹੁੰਦਾ ਪਿਆ, ਡਰਾਮੈਟਿਕਲੀ ਹੁੰਦਾ ਪਿਆ, ਜਾਂ ਕੀ ਇੱਕ ਮਤਲਬ ਇਹਦੀ ਇੱਕ ਕਰੈਕਟਰਿਸਟਿਕ ਸ਼ੋ ਕਰਦੀ ਵੀ ਇਨਕਰੀਜ਼ ਕਿੰਨਾ ਕੁ ਇਨਕਰੀਜ਼ ਹੁੰਦਾ ਪਿਆ, ਇੱਕਦਮ ਹੁੰਦਾ ਪਿਆ ਜਾਂ ਘੱਟ ਹੁੰਦਾ ਪਿਆ, ਠੀਕ ਆ। ਜੇ ਇਹਨੂੰ ਤੁਸੀਂ ਅੱਗੇ ਵੀ ਕੋਈ ਮੰਨ ਲਓ ਇਨਕਰੀਜ਼ ਸਲਾਈਟ ਆਵੇ, ਤੁਸੀਂ ਉਹਨੂੰ ਕਿਸ ਤਰੀਕੇ ਨਾਲ, ਕਿਉਂਕਿ ਆਹੀ ਸੈਂਟੈਂਸ ਤਾਂ ਦੁਬਾਰਾ ਯੂਜ਼ ਨਹੀਂ ਕਰ ਸਕਦੇ। ਹੁਣ ਉਹਨੂੰ ਤੁਸੀਂ ਕੀ ਲਿਖ ਸਕਦੇ ਹੋ, ਤੁਸੀਂ ਲਿਖ ਸਕਦੇ ਹੋ ਵੀ ਜਿਹੜਾ ਸਲਾਈਟਲੀ ਸੀ ਨਾ ਇਹ ਇਹਦੀ ਇੱਕ ਐਡਵਰਬ ਸੀ, ਇਹ ਹੁਣ ਐਡਜੈਕਟਿਵ ਬਣ ਜਾਂਦਾ ਹੁੰਦਾ, ਇਹ ਸਲਾਈਟ ਇਨਕਰੀਜ਼ ਲਿਖ ਸਕਦੇ ਹੋ, ਠੀਕ ਆ ਤੁਸੀਂ।
ਇਨਕਰੀਜ਼ ਅੱਗੇ ਕੀ ਇਨਕਰੀਜ਼ ਦੀ ਕਰੈਕਟਰਿਸਟਿਕ ਸਲਾਈਟਲੀ ਸੀ, ਹੁਣ ਕੀ ਆ ਸਲਾਈਟ ਦੀ ਕਰੈਕਟਰਿਸਟਿਕ ਇਨਕਰੀਜ਼ ਸੀ ਵੀ ਜਿਹੜਾ ਸਲਾਈਟ ਕੀ ਆ ਇਨਕਰੀਜ਼ ਆ ਜਾਂ ਡਿਕਰੀਜ਼ ਆ, ਤੁਸੀਂ ਉਹਨੂੰ ਲਿਖ ਸਕਦੇ ਹੋ ਇਹ ਸਲਾਈਟ ਇਨਕਰੀਜ਼ was seen in the number of cars from 2005 to 2005 ਜਾਂ 2000 ਤੋਂ ਲੈ ਕੇ 2005। ਠੀਕ ਆ, ਸਮਝ ਲੱਗੀ ਕਹਿਣ ਦੀ ਗੱਲ। ਹੋਰ ਤੁਸੀਂ ਕੀ ਲਿਖ ਸਕਦੇ ਹੋ ਇਹਨੂੰ, ਤੁਸੀਂ ਹੋਰ ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਹੋ there is a slight increase observed in the manufacturing of car, ਤੇ ਉਹ ਕਿੰਨੀ ਸੀ it accounted about of 25%। ਠੀਕ ਆ, ਕਦੋਂ from 2000 to 2005। ਥਰਡ ਆਪਣੀ ਆ ਹੋ ਗਈ। ਹੋਰ ਆਪਾਂ ਇਹਨੂੰ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ there had been a slight increase observed in the from 2000 to 2005। ਕਹਿਣ ਦਾ ਮਤਲਬ ਇੱਕ ਲਾਈਨ ਦਾ ਆਪਾਂ ਚਾਰ ਤਰੀਕੇ ਨਾਲ ਲਿਖ ਸਕਦੇ ਹਾਂ। ਮੰਨ ਲਓ ਕੋਈ ਚੀਜ਼ ਸਲਾਈਟਲੀ ਇਨਕਰੀਜ਼ ਹੁੰਦੀ ਪਈ ਆ, ਪਹਿਲੀ ਉਹਦੀ ਫੋਰਮ ਆ ਤੁਸੀਂ ਦ ਨੰਬਰ ਆਫ ਕਾਰ ਇਨਕਰੀਜ਼ਡ ਸਲਾਈਟਲੀ ਫਰੋਮ 2000 ਟੂ 2005। ਫਿਰ ਜਿਹੜਾ ਸਲਾਈਟ ਹੋਊਗਾ ਮੰਨ ਲਓ ਇਹਦੀ ਪਹਿਲੇ ਐਡਜੈਕਟਿਵ ਸੀ ਉਹ ਐਡਵਰਬ ਸੀ, ਐਡਜੈਕਟਿਵ ਬਣ ਜਾਂਦਾ ਦਾ ਇਹ ਸਲਾਈਟ ਇਨਕਰੀਜ਼ ਵਾਸ ਸੀਨ ਇਨ ਦਾ ਨੰਬਰ ਆਫ ਕਾਰਸ। ਫਿਰ ਤੁਸੀਂ ਦੇਅਰ ਵਾਲੇ ਸੈਂਟੈਂਸ ਯੂਜ਼ ਕਰਦੇ ਹੋ there is a slight increase observed in the manufacturing of car, ਤੇ ਉਹ ਕਿੰਨਾ ਇਨਕਰੀਜ਼ ਸੀ 25%। ਤੇ ਉਸ ਤੋਂ ਬਾਅਦ ਤੁਸੀਂ ਆਪਦੀ ਡਾਟਾ ਦੇ ਵਿੱਚ 2005 ਐਡ ਕਰ ਸਕਦੇ ਹੋ। ਤੇ ਜਿਹੜੀ ਫੋਰਥ ਵਨ ਆ there had been, ਮਤਲਬ ਤੁਸੀਂ ਚਾਰ ਤਰੀਕੇ ਨਾਲ ਇੱਕ ਲਾਈਨ ਨੂੰ ਲਿਖ ਸਕਦੇ ਹੋ, ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਵੀ ਅਸੀਂ ਰੈਪੀਟੇਸ਼ਨ ਨਾ ਹੋ ਸਕੇ। ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਸ਼ੋ ਕਰਦਾ, ਮੰਨ ਲਓ ਇੰਡੀਆ ਦੀ GDP ਇੱਕਦਮ ਇਨਕਰੀਜ਼ ਹੋ ਗਈ, ਦ ਰੇਟ ਆਫ GDP ਵਾਜ਼ ਇਨਕਰੀਜ਼ ਡਰਾਮੈਟਿਕਲੀ ਇਨ ਇੰਡੀਆ। ਠੀਕ ਆ, ਇਨਕਰੀਜ਼ ਕਿਵੇਂ ਹੋਈ ਡਰਾਮੈਟਿਕਲੀ, ਮਤਲਬ ਇਹ ਐਡਵਰਬ ਆ ਰਾਈਜ਼ ਜਿਹੜੀ ਹੋਈ ਆ ਜਾਂ ਇਨਕਰੀਜ਼ ਨੂੰ ਰਾਈਜ਼ਡ ਵੀ ਲਿਖ ਸਕਦੇ ਹੋ। ਇਹਦੀ ਕਰੈਕਟਰਿਸਟਿਕ ਕੀ ਆ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਹੋਈ। ਹੁਣ ਆਹੀ ਚੀਜ਼ ਮੈਂ ਜਿਵੇਂ ਪਹਿਲਾਂ ਕੀਤਾ ਵੀ ਡਰਾਮੈਟਿਕਲੀ ਅੱਗੇ ਲੈ ਕੇ ਆ ਜਾਊਗਾ, ਇਹ ਡਰਾਮੈਟਿਕ ਰਾਈਜ਼। ਠੀਕ ਆ, ਇਹ ਡਰਾਮੈਟਿਕ ਰਾਈਜ਼ was seen in the rate of GDP in India। ਉਸ ਤੋਂ ਬਾਅਦ there ਵਾਲੇ ਸੈਂਟੈਂਸ there was a dramatic rise was observed in GDP in India। ਫਿਰ ਉਸ ਤੋਂ ਬਾਅਦ fourth ਕੀ ਹੈ had been ਵਾਲਾ, there had been a dramatic rise was seen in the GDP of India ਜਾਂ GDP in India। ਕਹਿਣ ਦਾ ਮਤਲਬ ਕਿਸੇ ਵੀ ਤਰੀਕੇ ਦਾ ਇਨਕਰੀਜ਼ ਜਾਂ ਡਿਕਰੀਜ਼ ਜੇ ਤੁਸੀਂ ਸ਼ੋ ਕਰਨਾ, ਤੁਸੀਂ ਜੇ ਚਾਹੁੰਦੇ ਹੋ ਵੀ ਸਾਡੀ ਰੈਪੀਟੇਸ਼ਨ ਨਾ ਹੋਵੇ, ਤੁਸੀਂ ਆਹ 4 ਸੈਂਟੈਂਸ ਫੋਰਮੇਸ਼ਨ ਐਜ਼ ਇਟ ਇਜ਼ ਲਰਨ ਕਰ ਲਿਓ, ਤੁਹਾਡੇ ਬੈਂਡ ਇਹਦਾ ਨਾਲ ਇੱਕਦਮ ਬੂਸਟ ਕਰਨਗੇ। ਇਹਦੇ ਤੋਂ ਪਤਾ ਲੱਗਦਾ ਵਾ ਐਗਜ਼ਾਮੀਨਰ ਨੂੰ ਵੀ ਬੱਚੇ ਕੋ ਵੇਰੀਏਸ਼ਨ ਹੈਗੀ ਆ ਸੈਂਟੈਂਸ ਫੋਰਮੇਸ਼ਨ ਦੀ। ਓਕੇ, ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਲਿਖੋ ਤੇ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਅਪਲਾਈ ਕਰਕੇ ਦੇਖਿਓ। ਪਹਿਲਾਂ ਕਲਾਸਿਸ ਅਪਲਾਈ ਕਰੋ, ਫਿਰ ਤੁਸੀਂ ਆਪਦੇ ਐਗਜ਼ਾਮ 'ਚ ਅਪਲਾਈ ਕਰ ਲਿਓ। ਮੈਂ ਡੈਮ ਸ਼ੋਰ ਹਾਂ ਵੀ ਤੁਹਾਡਾ ਬੈਂਡ ਸਕੋਰ ਆਰਾਮ ਨਾਲ ਰੋਕਟ ਵਾਂਗੂ ਉੱਪਰ ਜਾਊਗਾ। ਠੀਕ ਆ ਜੀ, ਐਸੇ ਹੀ ਤਰੀਕੇ ਨਾਲ ਮੈਂ ਟਾਸਕ 1 ਦੀ ਹੋਰ ਫੋਰਮੇਸ਼ਨਸ ਲੈ ਕੇ ਆਊਂਗਾ। ਅੱਜ ਕੱਲ੍ਹ ਇਨਕਰੀਜ਼ ਜਾਂ ਡਿਕਰੀਜ਼ ਦੀ ਸੀ ਲਾਈਨ ਗ੍ਰਾਫ ਦੇ ਕੇਸ ਦੇ ਵਿੱਚ, ਤੇ ਮੈਂ ਤੁਹਾਨੂੰ ਇੱਕ ਕੰਪਲੈਕਸ ਇੰਟਰੋ ਦੱਸੀ ਆ। ਠੀਕ ਆ, ਸੋ ਜੇ ਮੈਂ ਆਹੀ ਕਹਿਣਾ ਵਾ ਜੇ ਤੁਸੀਂ ਐਜ਼ ਇਟ ਇਜ਼ ਇਹਨੂੰ ਇੱਕ ਯੂਜ਼ ਕਰਕੇ ਦੇਖ ਲਿਓ। ਜੇ ਤੁਸੀਂ ਇੱਕ ਵਾਰੀ ਆਪਣਾ ਐਕਸਪੈਰੀਮੈਂਟ ਕਰਨਾ ਕਲਾਸ 'ਚ ਕਰ ਲਿਓ, ਐਗਜ਼ਾਮ 'ਚ ਨਾ ਕਰਿਓ, ਤੇ ਦੇਖਿਓ ਤੁਹਾਡੇ ਸਕੋਰ ਪੱਕਾ ਬੂਸਟਅਪ ਹੋਣਗੇ, ਇਹ ਆਪਣੀ ਗਰੰਟੀ ਆ। ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ। ਠੀਕ ਹੈ ਜੀ, ਐਂਡ ਥੈਂਕ ਯੂ।